ਦੋਸਤੋ ਜੀਕੇ ਫੈਕਟਸ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਇਸ ਚੈਨਲ ਦੇ ਉੱਤੇ ਤੁਹਾਨੂੰ ਪਟਵਾਰੀ ਦੇ ਪੇਪਰ ਦੀ ਰੈਗੂਲਰ ਤਿਆਰੀ ਕਰਵਾ ਰਹੇ ਹਾਂ। ਤਾਂ ਦੋਸਤੋ ਅੱਜ ਉਸੇ ਦੇ ਸਨਮੁਖ ਆਪਾਂ ਤੁਹਾਡਾ ਜਨਰਲ ਨੌਲੇਜ ਦਾ ਇੱਕ ਹੋਰ ਟੌਪਿਕ ਲੈ ਕੇ ਆਏ ਜੋ ਕਿ ਇੰਡੀਅਨ ਪੋਲਿਟੀ ਹੈ। ਇੰਡੀਅਨ ਪੋਲਿਟੀ ਦੇ ਤੁਹਾਨੂੰ 4-5 ਪਾਰਟ ਦਿੱਤੇ ਹੋਏ ਆ, ਉਸ ਦੇ ਵਿੱਚ ਤੁਹਾਡੇ ਟੌਪਿਕ ਦੇ ਜੋ ਵੀ ਟੌਪਿਕ ਹਨ ਉਹ ਅੱਜ ਆਪਾਂ ਇਸ ਵੀਡੀਓ ਰਾਹੀਂ ਸਾਰੇ ਕਵਰ ਕਰਾਂਗੇ। ਦੋਸਤੋ ਵੀਡੀਓ ਸਾਰੀ ਧਿਆਨ ਨਾਲ ਦੇਖਣਾ ਤੇ ਆਪਾਂ ਤੁਹਾਨੂੰ ਇੰਗਲਿਸ਼ 'ਚ ਕੁਐਸਚਨ ਲੈ ਕੇ ਆਏ ਹਾਂ ਤੇ ਪੰਜਾਬੀ 'ਚ ਸਮਝਾਵਾਂਗੇ ਨਾਲ ਦੀ ਨਾਲ, ਠੀਕ ਹੈ ਨਾ। ਪਹਿਲਾ ਪ੍ਰਸ਼ਨ ਹੈ ਦੋਸਤੋ। ਪ੍ਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਉਹ ਸਬਸਕ੍ਰਾਈਬ ਕਰ ਲੈਣ ਅਤੇ ਆਪਣੇ ਦੋਸਤਾਂ ਅਤੇ ਮਿੱਤਰਾਂ ਜਿਨ੍ਹਾਂ ਨੇ ਵੀ ਪੇਪਰ ਭਰਿਆ ਉਹਨਾਂ ਤੱਕ ਇਹ ਵੀਡੀਓ ਪਹੁੰਚਾਉਣ ਦੀ ਹੈਲਪ ਕਰਨ ਤਾਂ ਜੋ ਉਹਨਾਂ ਦੀ ਵੀ ਮਦਦ ਹੋ ਸਕੇ, ਠੀਕ ਹੈ ਨਾ ਦੋਸਤੋ। ਚਲੋ ਪਹਿਲਾ ਪ੍ਰਸ਼ਨ ਦੇਖਦੇ ਹਾਂ ਕਿਹੜਾ। ਦੀ ਚੀਫ ਮਿਨਿਸਟਰ ਆਫ ਦਾ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਇਜ਼ ਅਪੁਆਇੰਟਡ ਬਾਏ ਦਾ। ਕਹਿੰਦੇ ਜਿਹੜਾ ਚੀਫ ਮਿਨਿਸਟਰ ਆ ਦਿੱਲੀ ਦਾ ਉਹ ਕਿਹਦੇ ਦੁਆਰਾ ਅਪੁਆਇੰਟ ਕੀਤਾ ਜਾਂਦਾ, ਠੀਕ ਹੈ ਨਾ, ਨਿਯੁਕਤ ਕੀਤਾ ਜਾਂਦਾ, ਕਿਸ ਦੇ ਦੁਆਰਾ ਨਿਯੁਕਤ ਕੀਤਾ ਜਾਂਦਾ ਦਿੱਲੀ ਦਾ ਚੀਫ ਮਿਨਿਸਟਰ। ਤਾਂ ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ ਬੋਥ ਏ ਐਂਡ ਬੀ, ਜਾਣੀ ਕਿ ਲਿਊਟੈਂਟ ਗਵਰਨਰ ਆਫ ਦਿੱਲੀ ਦੇ ਗਵਰਨਰ ਸਾਹਿਬ ਅਤੇ ਆਪਣੇ ਭਾਰਤ ਦੇ ਰਾਸ਼ਟਰਪਤੀ ਸਾਹਿਬ ਮਿਲ ਕੇ ਉਹਨਾਂ ਨੂੰ ਨਿਯੁਕਤ ਕਰਦੇ ਆ ਦਿੱਲੀ ਦੇ ਮੁੱਖ ਮੰਤਰੀ ਨੂੰ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ। ਪ੍ਰਸ਼ਨ ਦੂਜਾ, ਡਿਸਟ੍ਰਿਕਟ ਜੱਜਿਸ ਇਨ ਅ ਸਟੇਟ ਆਰ ਅਪੁਆਇੰਟਡ ਬਾਏ ਦਾ। ਕਹਿੰਦੇ ਡਿਸਟ੍ਰਿਕਟ ਜੱਜ ਹੁੰਦੇ ਜੋ ਦੋਸਤੋ, ਮਤਲਬ ਕਿ ਡਿਸਟ੍ਰਿਕਟ ਜ਼ਿਲ੍ਹੇ ਦੇ ਕੋਰਟ ਆ ਜਿਹੜੇ ਉਹਨਾਂ ਦੇ ਵਿੱਚ ਜੱਜ ਦੀ ਅਪੁਆਇੰਟਮੈਂਟ ਸਟੇਟ ਦੇ ਵਿੱਚ ਕੌਣ ਕਰਦਾ। ਤਾਂ ਦੋਸਤੋ ਉਹਦੀ ਅਪੁਆਇੰਟਮੈਂਟ ਗਵਰਨਰ ਕਰਦਾ, ਠੀਕ ਹੈ ਨਾ, ਸਟੇਟ ਦਾ ਰਾਜ ਦਾ ਗਵਰਨਰ, ਠੀਕ ਹੈ ਨਾ, ਉਹ ਕਰਦਾ। ਅੱਗੇ ਗੱਲ ਕਰਦੇ ਦੋਸਤੋ ਤੀਜਾ ਪ੍ਰਸ਼ਨ ਦਾ। ਪ੍ਰੈਜ਼ੀਡੈਂਟ ਆਫ ਦਾ ਇੰਡੀਆ ਕੈਨ ਇਸ਼ੂ ਅ ਪ੍ਰੋਕਲਾਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਔਨ ਦੀ ਰਿਟਨ ਰਿਕਮੈਂਡੇਸ਼ਨ ਆਫ। ਕਹਿੰਦੇ ਰਾਸ਼ਟਰਪਤੀ ਸਾਹਿਬ ਕਿ ਨੈਸ਼ਨਲ ਐਮਰਜੈਂਸੀ ਕਦੋਂ ਲਾਗੂ ਕਰਦੇ ਆ, ਕਿਹਦੇ ਕਹਿਣ 'ਤੇ, ਕਿਹਦੇ ਰਿਟਨ ਰਿਕਮੈਂਡੇਸ਼ਨ ਦੇਣ 'ਤੇ, ਮਤਲਬ ਕਿ ਰਿਟਨ 'ਚ ਉਹਨਾਂ ਨੂੰ ਕੌਣ ਲਿਖ ਕੇ ਦਿੰਦਾ ਵੀ ਨੈਸ਼ਨਲ ਐਮਰਜੈਂਸੀ ਲਾਗੂ ਕਰ ਦਿਓ। ਤਾਂ ਦੋਸਤੋ ਉਹ ਹੈਗਾ ਕੈਬਨਿਟ। ਦੀ ਕੈਬਨਿਟ ਕੰਸਿਸਟਿੰਗ ਆਫ ਓਨਲੀ ਕੈਬਨਿਟ ਮਿਨਿਸਟਰਸ ਆਫ ਯੂਨੀਅਨ। ਜਦੋਂ ਯੂਨੀਅਨ ਦੇ ਮਤਲਬ ਕਿ ਸੈਂਟਰ ਦੇ ਜੋ ਕੈਬਨਿਟ ਮਿਨਿਸਟਰ ਯੂਨੀਅਨ ਦੇ ਵਿੱਚ, ਠੀਕ ਹੈ ਨਾ, ਉਹ ਲਿਖ ਕੇ ਦਿੰਦੇ ਆ ਵੀ ਨੈਸ਼ਨਲ ਐਮਰਜੈਂਸੀ ਲਗਾਈ ਜਾਵੇ ਤਾਂ ਉਹ ਪ੍ਰੈਜ਼ੀਡੈਂਟ ਸਾਹਿਬ ਕੋਲ ਜਾਂਦੀ ਹੈ ਅਤੇ ਪ੍ਰੈਜ਼ੀਡੈਂਟ ਸਾਹਿਬ ਸੋਚਦੇ ਆ ਅਤੇ ਉਹ ਅੱਗੇ ਆਪਣਾ ਅਸੈਂਟ ਕਰ ਲੈਂਦੇ ਆ ਅਤੇ ਮਤਲਬ ਅਪਰੂਵਲ ਦਿੰਦੇ ਆ ਅਤੇ ਨੈਸ਼ਨਲ ਐਮਰਜੈਂਸੀ ਲਗਾ ਦਿੰਦੇ, ਘੋਸ਼ਿਤ ਕਰ ਦਿੰਦੇ, ਠੀਕ ਆ। ਅੱਗੇ ਗੱਲ ਕਰਦੇ ਪ੍ਰਸ਼ਨ ਤੀਜਾ। ਹਾਊ ਮੈਨੀ ਟਾਈਮਸ ਹੈਜ਼ ਦਾ ਫਾਈਨੈਂਸ਼ੀਅਲ ਐਮਰਜੈਂਸੀ ਹੈਜ਼ ਬੀਨ ਇੰਪੋਜ਼ਡ ਇਨ ਇੰਡੀਆ। ਕਹਿੰਦੇ ਹੁਣ ਤੱਕ ਕਿੰਨੀ ਵਾਰੀ ਫਾਈਨੈਂਸ਼ੀਅਲ ਜੋ ਕਿ ਵਿੱਤੀ ਐਮਰਜੈਂਸੀ ਆ, ਠੀਕ ਹੈ ਨਾ, ਉਹ ਕਿੰਨੀ ਵਾਰੀ ਲੱਗ ਚੁੱਕੀ ਆ ਭਾਰਤ ਦੇ ਵਿੱਚ। ਦੋਸਤੋ ਪੈਸੇ ਵਾਲੀ ਜੋ ਫਾਈਨੈਂਸ਼ੀਅਲ ਐਮਰਜੈਂਸੀ ਹੁੰਦੀ ਆ ਉਹ ਅੱਜ ਤੱਕ ਭਾਰਤ ਦੇ ਵਿੱਚ ਹਜੇ ਇੱਕ ਵਾਰ ਵੀ ਨਹੀਂ ਲੱਗੀ, ਠੀਕ ਹੈ ਨਾ। ਹੁਣ ਤੱਕ ਇਹਦਾ ਆਨਸਰ ਡੀ ਹੋਊਗਾ, ਇਟ ਹੈਜ਼ ਨਾਟ ਬੀਨ ਇਨਫੋਰਸਡ ਇਨ ਇੰਡੀਆ ਸੋ ਫਾਰ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ ਪੰਜਵਾਂ। ਹਾਊ ਮੈਨੀ ਟਾਈਮਸ ਹੈਜ਼ ਦੀ ਪ੍ਰੋਕਲਾਮੇਸ਼ਨ ਆਫ ਨੈਸ਼ਨਲ ਐਮਰਜੈਂਸੀ ਬੀਨ ਇਨਫੋਰਸਡ ਇਨ ਇੰਡੀਆ। ਕਹਿੰਦੇ ਭਾਰਤ ਦੇ ਵਿੱਚ ਰਾਸ਼ਟਰ ਐਮਰਜੈਂਸੀ ਕਿੰਨੀ ਵਾਰ ਲੱਗ ਚੁੱਕੀ ਹੈ। ਦੋਸਤੋ ਇਸ ਸਵਾਲ ਦਾ ਸਹੀ ਉੱਤਰ ਹੈਗਾ 3 ਟਾਈਮ। ਦੋਸਤੋ ਇੱਥੇ ਯਾਦ ਰੱਖਣਾ ਨੈਸ਼ਨਲ ਐਮਰਜੈਂਸੀ 3 ਵਾਰੀ ਅਤੇ ਫਾਈਨੈਂਸ਼ੀਅਲ ਐਮਰਜੈਂਸੀ ਕਿਸੇ ਵਾਰ ਵੀ ਨਹੀਂ, 0 ਟਾਈਮ, ਮਤਲਬ ਹਜੇ ਤੱਕ ਲੱਗੀ ਨਹੀਂ। ਨੈਸ਼ਨਲ ਐਮਰਜੈਂਸੀ 3 ਵਾਰੀ ਲੱਗ ਚੁੱਕੀ ਹੈ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ ਛੇਵਾਂ। ਵਿਚ ਵਨ ਆਫ ਦੀ ਫੋਲੋਇੰਗ ਇਜ਼ ਨਾਟ ਮੈਨਸ਼ਨਡ ਇਨ ਦੀ ਕੌਨਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਇਹਨਾਂ 4 ਆਪਸ਼ਨਾਂ ਦੇ ਵਿੱਚੋਂ ਕਿਹੜਾ ਭਾਰਤ ਦੇ ਸੰਵਿਧਾਨ ਦੇ ਵਿੱਚ ਮੈਂਸ਼ਨ ਨਹੀਂ ਹੈ। ਤਾਂ ਦੋਸਤੋ ਉਹ ਹੈ ਸਾਲੀਸੀਟਰ ਜਨਰਲ ਆਫ ਇੰਡੀਆ, ਜਾਣੀ ਕਿ ਆਪਸ਼ਨ ਬੀ, ਸਾਲੀਸੀਟਰ ਜਨਰਲ ਆਫ ਇੰਡੀਆ ਭਾਰਤ ਦੇ ਸੰਵਿਧਾਨ ਦੇ ਵਿੱਚ ਮੈਂਸ਼ਨ ਨਹੀਂ ਹੈ ਕਿਤੇ ਵੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਦੋਸਤੋ ਪ੍ਰਸ਼ਨ 7ਵਾਂ। ਵਿਚ ਸ਼ਡਿਊਲ ਆਫ ਦੀ ਕੌਨਸਟੀਟਿਊਸ਼ਨ ਮੇਕ ਸਪੈਸ਼ਲ ਪ੍ਰੋਵੀਜ਼ਨਸ ਫॉर ਦੀ ਐਡਮਿਨਿਸਟ੍ਰੇਸ਼ਨ ਐਂਡ ਕੰਟਰੋਲ ਆਫ ਸ਼ਡਿਊਲਡ ਏਰੀਆ ਐਂਡ ਸ਼ਡਿਊਲਡ ਟਰਾਈਬਸ। ਕਹਿੰਦੇ ਮਤਲਬ ਕਿ ਸੰਵਿਧਾਨ ਦੇ ਵਿੱਚ ਕਿਹੜੇ ਸ਼ਡਿਊਲ ਤਹਿਤ ਵੱਖਰੀਆਂ ਪ੍ਰੋਵੀਜ਼ਨਸ ਦਿੱਤੀਆਂ ਗਈਆਂ ਸ਼ਡਿਊਲਡ ਏਰੀਏਸ ਅਤੇ ਸ਼ਡਿਊਲਡ ਟਰਾਈਬਸ ਨੂੰ, ਠੀਕ ਹੈ ਨਾ। ਪਛੜੀਆਂ ਸ਼੍ਰੇਣੀਆਂ ਦੇ ਏਰੀਏ ਅਤੇ ਉਹਨਾਂ ਦੀਆਂ ਮਤਲਬ ਕਿ ਜੋ ਪਛੜੀ ਸ਼੍ਰੇਣੀਆਂ ਦੇ ਟਰਾਈਬਸ ਆ, ਕੁਝ ਉਹਨਾਂ ਦੇ ਮਤਲਬ ਕਿ ਇਲਾਕਿਆਂ ਨੂੰ ਆਪਾਂ ਨੇ ਕਿਹੜੇ ਸਪੈਸ਼ਲ ਪ੍ਰੋਵੀਜ਼ਨਸ ਦਿੱਤੀਆਂ ਹੋਈਆਂ, ਕਿਹੜੇ ਸ਼ਡਿਊਲ ਦੇ ਤਹਿਤ, ਭਾਰਤੀ ਸੰਵਿਧਾਨ ਦੇ ਕਿਹੜੇ ਸ਼ਡਿਊਲ ਦੇ ਤਹਿਤ। ਤਾਂ ਦੋਸਤੋ ਉਹ ਹੈਗਾ 5ਵਾਂ ਸ਼ਡਿਊਲ। ਭਾਰਤੀ ਸੰਵਿਧਾਨ ਦੇ 5ਵੇਂ ਸ਼ਡਿਊਲ ਦੇ ਰਾਹੀਂ ਉਹਨਾਂ ਨੂੰ ਨਾ ਵੱਖਰੀਆਂ ਪ੍ਰੋਵੀਜ਼ਨਸ ਦਿੱਤੀਆਂ ਹੋਈਆਂ ਕਿ ਉਹਨਾਂ ਨਾਲ ਕੋਈ ਛੇੜਛਾੜ ਨਹੀਂ ਹੋਊਗੀ, ਉਹਨਾਂ ਦੇ ਏਰੀਏ ਦੇ ਵਿੱਚ ਜਾ ਕੇ ਕੋਈ ਦਖਲਅੰਦਾਜ਼ੀ ਨਹੀਂ ਕਰੇਗਾ ਸ਼ਡਿਊਲਡ ਏਰੀਏਜ਼ ਅਤੇ ਸ਼ਡਿਊਲਡ ਟਰਾਈਬਸ ਦੇ ਵਿੱਚ, ਠੀਕ ਹੈ ਨਾ, ਜਾ ਕੇ। ਅੱਗੇ ਗੱਲ ਕਰਦੇ ਪ੍ਰਸ਼ਨ 8ਵਾਂ। ਇਹ ਬਿੱਲ ਪਾਸਡ ਬਾਈ ਦਾ ਲੈਗਿਸਲੇਟਿਵ ਅਸੈਂਬਲੀ ਆਫ ਅ ਸਟੇਟ ਕੈਨ ਬੀ ਡਿਲੇਡ ਬਾਈ ਦਾ ਲੈਗਿਸਲੇਟਿਵ ਕਾਊਂਸਲ ਫॉर ਅ ਮੈਕਸਿਮਮ ਪੀਰੀਅਡ ਆਫ। ਕਹਿੰਦੇ ਇੱਕ ਬਿੱਲ ਜਦੋਂ ਕਿਸੇ ਵੀ ਸਟੇਟ ਦੀ ਵਿਧਾਨ ਸਭਾ ਦੇ ਵਿੱਚ ਇੱਕ ਬਿੱਲ ਪਾਸ ਹੋ ਜਾਂਦਾ, ਠੀਕ ਹੈ ਨਾ, ਅਤੇ ਉਹ ਬਿੱਲ ਉਸੇ ਸਟੇਟ ਦੇ ਲੈਗਿਸਲੇਟਿਵ ਕਾਊਂਸਲ
ਲੈਜਿਸਲੇਟਿਵ ਅਸੈਂਬਲੀ ਦਾ ਮੈਂ ਤੁਹਾਨੂੰ ਕਹਿਤਾ ਵਿਧਾਨ ਸਭਾ ਦੇ ਵਿੱਚ ਪਾਸ ਹੋ ਗਿਆ, ਤੇ ਲੈਜਿਸਲੇਟਿਵ ਕਾਉਂਸਲ ਦੇ ਕੋਲ ਜਾਂਦਾ ਉਹ, ਤੇ ਉਹ ਲੈਜਿਸਲੇਟਿਵ ਕਾਉਂਸਲ ਮਤਲਬ ਵਿਧਾਨ ਪ੍ਰੀਸ਼ਦ, ਉਹਨੂੰ ਵਿਧਾਨ ਪ੍ਰੀਸ਼ਦ ਕਹਿੰਦੇ ਆ। ਉਹ ਕਿੰਨੇ ਸਮੇਂ ਲਈ ਆਪਣੇ ਕੋਲ ਪੈਂਡਿੰਗ ਰੱਖ ਸਕਦਾ ਹੈ, ਮਤਲਬ ਲੈਜਿਸਲੇਟਿਵ ਅਸੈਂਬਲੀ ਦੁਆਰਾ, ਵਿਧਾਨ ਸਭਾ ਦੁਆਰਾ ਪਾਸ ਕੀਤਾ ਗਿਆ ਬਿੱਲ, ਲੈਜਿਸਲੇਟਿਵ ਕਾਉਂਸਲ ਯਾਨੀ ਕਿ ਵਿਧਾਨ ਪ੍ਰੀਸ਼ਦ ਕਿੰਨੇ ਸਮੇਂ ਲਈ ਆਪਣੇ ਕੋਲ ਪੈਂਡਿੰਗ ਰੱਖ ਸਕਦਾ ਹੈ, ਉਹਨੂੰ ਡਿਲੇ ਕਰ ਸਕਦਾ ਬਿੱਲ ਨੂੰ। ਤਾਂ ਦੋਸਤੋ ਉਹ ਹੈਗਾ 3 ਮਹੀਨੇ ਲਈ, ਵੱਧ ਤੋਂ ਵੱਧ 3 ਮਹੀਨੇ ਤੱਕ ਡਿਲੇ ਕਰ ਸਕਦਾ, ਠੀਕ ਹੈ ਨਾ, ਵਿਧਾਨ ਪ੍ਰੀਸ਼ਦ। ਅੱਗੇ ਗੱਲ ਕਰਦੇ ਪ੍ਰਸ਼ਨ 9ਵਾਂ, ਵਿਚ ਸ਼ਡਿਊਲ ਆਫ ਦੀ ਕੌਨਸਟੀਟਿਊਸ਼ਨ ਮੇਕਸ ਪ੍ਰੋਵੀਜ਼ਨ ਫॉर ਦੀ ਐਡਮਿਨਿਸਟ੍ਰੇਸ਼ਨ ਆਫ ਦੀ ਟ੍ਰਾਈਬਲ ਏਰੀਆਸ ਆਫ ਅਸਾਮ, ਮੇਘਾਲਿਆ, ਤ੍ਰਿਪੁਰਾ ਐਂਡ ਮਿਜ਼ੋਰਮ। ਆਪਾਂ ਨੇ ਪਿਛਲੇ ਪ੍ਰਸ਼ਨ 7ਵੇਂ ਦੇ ਵਿੱਚ ਗੱਲ ਕੀਤੀ ਸੀ ਸ਼ਡਿਊਲਡ ਏਰੀਆ ਤੇ ਸ਼ਡਿਊਲਡ ਟ੍ਰਾਈਬਸ ਲਈ ਕਿਹੜਾ ਮਤਲਬ ਕਿ ਕਿਹੜਾ ਸ਼ਡਿਊਲ ਆ ਭਾਰਤੀ ਸੰਵਿਧਾਨ ਦੇ ਵਿੱਚ, ਉਹ 5ਵਾਂ ਸ਼ਡਿਊਲ ਸੀ ਦੋਸਤੋ। ਇੱਥੇ ਗੱਲ ਕਰੀ ਗਈ ਆ ਆਪਣੇ ਭਾਰਤ ਦੇ ਪੂਰਬ ਮਤਲਬ ਕਿ ਉੱਤਰੀ ਪੂਰਬ ਭਾਰਤ ਦੇ ਵਿੱਚ ਜੋ ਪਛੜੇ ਏਰੀਏ ਆ ਜਿਵੇਂ ਅਸਾਮ, ਮੇਘਾਲਿਆ, ਤ੍ਰਿਪੁਰਾ ਤੇ ਮਿਜ਼ੋਰਮ, ਇਹਨਾਂ ਏਰੀਆ ਨੂੰ ਕਿਹੜੀ ਪ੍ਰੋਵੀਜ਼ਨ ਤਹਿਤ ਮਤਲਬ ਕਿ ਕਿਹੜੀਆਂ ਪ੍ਰੋਵੀਜ਼ਨਾਂ ਮਿਲੀਆਂ, ਜਿਹੜੀਆਂ ਸਪੈਸ਼ਲ ਪ੍ਰੋਵੀਜ਼ਨਾਂ ਮਿਲੀਆਂ ਉਹ ਕਿਹੜੇ ਸ਼ਡਿਊਲ ਤਹਿਤ ਮਿਲੀਆਂ ਦੋਸਤੋ। ਇਹਨਾਂ ਲਈ ਸ਼ਡਿਊਲ ਉਹ ਵੱਖਰਾ ਹੈ, ਠੀਕ ਹੈ ਨਾ। ਉਹ 5th ਸ਼ਡਿਊਲ ਹੈ ਜਿਹੜਾ ਉਹ ਪੂਰੇ ਭਾਰਤ ਲਈ ਆ ਗਿਆ, ਲੇਕਿਨ ਨਾਰਥ ਈਸਟਰਨ ਜੋ ਭਾਰਤ ਦੇ ਕੁਛ ਇਹ ਚਾਰ ਰਾਜ ਆ, ਤਾਂ ਦੋਸਤੋ ਇਹਨਾਂ 4 ਰਾਜਾਂ ਦੇ ਵਿੱਚ 6ਵੇਂ ਸ਼ਡਿਊਲ ਰਾਹੀਂ, ਠੀਕ ਹੈ ਨਾ, 6th ਸ਼ਡਿਊਲ ਰਾਹੀਂ ਇਹਨਾਂ ਨੂੰ ਪ੍ਰੋਵੀਜ਼ਨਸ ਮਿਲੀਆਂ ਹੋਈਆਂ ਇਹਨਾਂ ਦੇ ਮਤਲਬ ਕਿ ਇਹਨਾਂ ਦੀ ਦੇਖ ਰੇਖ ਲਈ, ਠੀਕ ਹੈ ਨਾ, ਇਹਨਾਂ ਦੇ ਟਰੈਵਲ ਏਰੀਅਸ ਲਈ, ਠੀਕ ਹੈ ਨਾ। ਅੱਗੇ ਗੱਲ ਕਰਦੇ ਪ੍ਰਸ਼ਨ 10ਵਾਂ, ਦੀ ਮਿਨੀਮਮ ਏਜ ਪ੍ਰਸਕ੍ਰਾਈਬਡ ਫॉर ਇਲੈਕਸ਼ਨ ਐਸ ਅ ਮੈਂਬਰ ਆਫ ਪੰਚਾਇਤ ਇਸ। ਕਹਿੰਦੇ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਹੈ ਜੇ ਆਪਾਂ ਨੇ ਪੰਚਾਇਤ ਦੇ ਇਲੈਕਸ਼ਨ ਦੇ ਮਤਲਬ ਕਿ ਉਹ ਕਰਨੇ ਆ, ਕੰਪੀਟ ਕਰਨੇ ਆ, ਇਲੈਕਸ਼ਨ ਲੜਨੇ ਆ ਜੇ ਆਪਾਂ ਨੇ ਪੰਚਾਇਤ ਦੇ, ਤਾਂ ਆਪਣੀ ਘੱਟੋ ਘੱਟ ਉਮਰ ਕਿੰਨੀ ਹੋਣੀ ਚਾਹੀਦੀ ਆ, ਤਾਂ 21 ਸਾਲ, ਠੀਕ ਹੈ ਨਾ, ਯਾਦ ਰੱਖਣੀ ਆ, ਘੱਟੋ ਘੱਟ ਉਮਰ 21 ਸਾਲ ਹੋਣੀ ਚਾਹੀਦੀ ਆ। ਤੇ ਵੋਟ ਪਾਉਣ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ, ਘੱਟੋ ਘੱਟ 18 ਸਾਲ, ਠੀਕ ਹੈ ਨਾ, ਯਾਦ ਰੱਖਣਾ। ਅੱਗੇ ਗੱਲ ਕਰਦੇ ਹਾਂ, ਅਕੋਰਡਿੰਗ ਟੂ ਦੀ ਪ੍ਰੋਵੀਜ਼ਨ ਆਫ ਦਾ ਕੌਨਸਟੀਟਿਊਸ਼ਨ ਇਹ ਮੈਟਰੋਪੋਲੀਟਨ ਏਰੀਆ ਮੀਨਸ ਐਨ ਏਰੀਆ ਹੈਵਿੰਗ ਅ ਪੋਪੂਲੇਸ਼ਨ ਆਫ। ਕਹਿੰਦੇ ਸੰਵਿਧਾਨ ਦੀ ਪ੍ਰੋਵੀਜ਼ਨਸ ਦੇ ਅਕੋਰਡਿੰਗ ਮੈਟਰੋਪੋਲੀਟਨ ਏਰੀਆ ਕਿਹਨੂੰ ਮੰਨਿਆ ਜਾਂਦਾ ਹੈ, ਕਿਹੜੇ ਏਰੀਏ ਨੂੰ ਮਤਲਬ ਕਿ ਮੈਟਰੋਪੋਲੀਟਨ ਏਰੀਆ ਮੰਨਿਆ ਜਾਂਦਾ ਦੋਸਤੋ, ਜਿੱਥੇ 10 ਲੱਖ ਤੋਂ ਜ਼ਿਆਦਾ ਪਾਪੂਲੇਸ਼ਨ ਹੋਵੇ ਉਹ ਏਰੀਏ ਨੂੰ ਮੈਟਰੋਪੋਲੀਟਨ ਏਰੀਆ ਮੰਨਿਆ ਜਾਂਦਾ, ਠੀਕ ਹੈ ਨਾ, ਸੰਵਿਧਾਨ ਦੇ ਤਹਿਤ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 12ਵਾਂ, ਵਿਚ ਆਫ ਦਾ ਫੋਲੋਇੰਗ ਪ੍ਰੋਵੀਜ਼ਨਸ ਆਫ ਦਾ ਕੌਨਸਟੀਟਿਊਸ਼ਨ ਕੈਨ ਬੀ ਅਮੈਂਡਡ ਬਾਏ ਪਾਰਲੀਮੈਂਟ ਬਾਏ ਅ ਸਿੰਪਲ ਮੈਜੋਰਟੀ। ਕਹਿੰਦੇ ਕਿਹੜੀਆਂ ਪ੍ਰੋਵੀਜ਼ਨਸ ਦੇ ਤਹਿਤ ਪਾਰਲੀਮੈਂਟ ਦੇ ਵਿੱਚ ਆਪਾਂ ਕੌਨਸਟੀਟਿਊਸ਼ਨ ਨੂੰ ਅਮੈਂਡ ਕਰ ਸਕਦੇ ਹਾਂ ਬਾਈ ਸਿੰਪਲ ਮੈਜੋਰਟੀ, ਠੀਕ ਹੈ ਨਾ। ਕਿਹੜੀ ਪ੍ਰੋਵੀਜ਼ਨ ਚਾਰਾਂ ਦੇ ਵਿੱਚੋਂ ਨੀਚੇ ਲਿਖੀਆਂ 4 ਆਪਸ਼ਨਾਂ 'ਚੋਂ ਕਿਹੜੀ ਪ੍ਰੋਵੀਜ਼ਨ ਮਤਲਬ ਕਿ ਜਿਹੜੀ ਆਪਾਂ ਸਿੰਪਲੀ ਅਮੈਂਡ ਕਰ ਸਕਦੇ ਹਾਂ ਪਾਰਲੀਮੈਂਟ ਦੇ ਵਿੱਚ ਜਾ ਕੇ ਸਿੰਪਲ ਮੈਜੋਰਟੀ ਨਾਲ, ਤਾਂ ਦੋਸਤੋ ਉਹ ਹੈਗੀਆਂ ਆਪਸ਼ਨ ਏ, ਮਤਲਬ ਕਿ ਕੋਈ ਵੀ ਨਵੀਂ ਸਟੇਟ ਆਪਾਂ ਨੇ ਕ੍ਰੀਏਟ ਕਰਨੀ ਹੈ ਯੂਨੀਅਨ ਦੇ ਵਿੱਚ, ਕ੍ਰੀਏਸ਼ਨ ਆਫ ਨਿਊ ਸਟੇਟ ਇਨ ਦਾ ਯੂਨੀਅਨ, ਕੋਈ ਵੀ ਨਵੀਂ ਕ੍ਰੀਏਟ ਕਰਨੀ ਹੈ ਸਟੇਟ, ਕੋਈ ਰਾਜ ਆਪਾਂ ਨੇ ਯੂਨੀਅਨ ਦੇ ਵਿੱਚ, ਤਾਂ ਉਹ ਸਿੰਪਲ ਮੈਜੋਰਟੀ ਨਾਲ, ਪਾਰਲੀਮੈਂਟ ਦੀ ਸਿੰਪਲ ਮੈਜੋਰਟੀ ਨਾਲ ਆਪਾਂ ਕ੍ਰੀਏਟ ਕਰ ਸਕਦੇ ਹਾਂ, ਠੀਕ ਹੈ ਨਾ। ਇਹਦਾ ਆਪਸ਼ਨ ਏ ਸੀ, ਕ੍ਰੀਏਸ਼ਨ ਆਫ ਨਿਊ ਸਟੇਟਸ ਇਨ ਦਾ ਯੂਨੀਅਨ, ਠੀਕ ਹੈ ਨਾ, ਬਾਏ ਪਾਰਲੀਮੈਂਟ ਜਸਟ ਬਾਏ ਸਿੰਪਲ ਮੈਜੋਰਟੀ। ਅੱਗੇ ਗੱਲ ਕਰਦੇ ਪ੍ਰਸ਼ਨ 13ਵਾਂ, ਇਹ ਮੇਜਰ ਪੋਰਸ਼ਨ ਆਫ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਇਜ਼ ਡਰਾਈਵਡ ਫਰੋਮ ਦਾ। ਕਹਿੰਦੇ ਆਪਣੇ ਭਾਰਤ ਦੇ ਸੰਵਿਧਾਨ ਦਾ ਜ਼ਿਆਦਾ ਬੜਾ ਹਿੱਸਾ ਆਪਾਂ ਕਿਸ ਤੋਂ ਲਿਆ ਹੈ, ਸਭ ਤੋਂ ਜ਼ਿਆਦਾ ਹਿੱਸਾ ਭਾਰਤ ਦੇ ਸੰਵਿਧਾਨ ਜਦੋਂ ਬਣਾਇਆ ਸੀ ਆਪਾਂ ਨੇ ਗਵਰਨਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਹੈ, ਠੀਕ ਹੈ ਨਾ। ਗਵਰਨਮੈਂਟ ਆਫ ਇੰਡੀਆ ਐਕਟ 1935 ਦੋਸਤੋ ਬਹੁਤ ਹੀ ਇੰਪੋਰਟੈਂਟ ਹੈ, ਯਾਦ ਰੱਖਣਾ ਤੁਸੀਂ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 14ਵਾਂ, ਵਿਚ ਆਫ ਦਾ ਫੋਲੋਇੰਗ ਕਮੇਟੀ ਇਜ਼ ਨਾਟ ਕੰਸਰਨਡ ਵਿਦ ਪੰਚਾਇਤੀ ਰਾਜ। ਦੋਸਤੋ ਇਹ 4 ਕਮੇਟੀਆਂ ਦਿੱਤੀਆਂ ਹੋਈਆਂ, ਇਹਦੇ ਵਿੱਚ ਸਵਾਲ ਦੇ ਵਿੱਚ ਇਹ ਪੁੱਛਿਆ ਗਿਆ ਕਿ 4 ਵਿੱਚੋਂ ਕਿਹੜੀ ਕਮੇਟੀ ਹੈ ਜਿਹੜੀ ਪੰਚਾਇਤੀ ਰਾਜ ਨਾਲ ਸੰਬੰਧਿਤ ਨਹੀਂ ਹੈ, ਤਾਂ ਦੋਸਤੋ ਉਹ ਹੈਗੀ ਆ ਸੰਤਨਾਮ ਕਮੇਟੀ। ਸੰਤਨਾਮ ਕਮੇਟੀ ਇਹ ਪੰਚਾਇਤੀ ਰਾਜ ਨਾਲ ਸੰਬੰਧ ਨਹੀਂ ਰੱਖਦੀ, ਠੀਕ ਹੈ ਨਾ, ਬਾਕੀ 3 ਰੱਖਦੀਆਂ, ਬਸ ਇਹੀ ਨਹੀਂ ਰੱਖਦੀ, ਨੋਟ ਪੁੱਛਿਆ ਨਾ, ਤਾਂ ਕਰਕੇ ਯਾਦ ਰੱਖਣਾ ਸੰਤਨਾਮ ਕਮੇਟੀ। ਪ੍ਰਸ਼ਨ 15ਵਾਂ ਆ ਗਿਆ, ਵਿਚ ਆਫ ਦਾ ਫੋਲੋਇੰਗ ਪ੍ਰੋਵੀਜ਼ਨਸ ਆਫ ਦਾ ਕੌਨਸਟੀਟਿਊਸ਼ਨ ਡਸ ਨਾਟ ਰਿਕੁਆਇਰ ਦੀ ਕੰਸੈਂਟ ਆਫ ਦੀ ਸਟੇਟਸ ਫॉर ਦੀ ਪਰਪਸ ਆਫ ਅਮੈਂਡਮੈਂਟ। ਕਹਿੰਦੇ ਕਿ ਨੀਚੇ ਦਿੱਤੀਆਂ 4 ਪ੍ਰੋਵੀਜ਼ਨਾਂ ਦੇ ਵਿੱਚੋਂ ਮਤਲਬ ਕਿ ਸਟੇਟ ਦੀ ਕੋਈ ਅਪਰੂਵਲ ਨਹੀਂ ਚਾਹੀਦੀ, ਸਟੇਟ ਦੀ ਕੋਈ ਕੰਸੈਂਟ ਨਹੀਂ ਚਾਹੀਦੀ ਜੇ ਮਤਲਬ ਕਿ ਅਮੈਂਡਮੈਂਟ ਕਰਨੀ ਆਪਾਂ ਨੇ। ਇਹਨਾਂ 'ਚੋਂ ਕਿਹੜੀ ਪ੍ਰੋਵੀਜ਼ਨ ਆ ਉਹ ਜਿਹਨੂੰ ਅਮੈਂਡਮੈਂਟ ਕਰਨ ਲਈ ਆਪਾਂ ਨੂੰ ਕਿਸੇ ਰਾਜ ਦੀ ਅਪਰੂਵਲ ਨਹੀਂ ਚਾਹੀਦੀ, ਸਿਰਫ ਆਪਾਂ ਉਹਨੂੰ ਪਾਰਲੀਮੈਂਟ ਦੇ ਵਿੱਚ ਜਾ ਕੇ ਅਮੈਂਡ ਕਰ ਸਕਦੇ ਹਾਂ, ਤਾਂ ਦੋਸਤੋ ਉਹ ਹੈਗਾ ਫੰਡਾਮੈਂਟਲ ਰਾਈਟਸ, ਠੀਕ ਹੈ ਨਾ।
ਉਹਨੂੰ ਆਪਾਂ ਨੂੰ ਕਿਸੇ ਸਟੇਟ ਦੀ ਆਪਾਂ ਨੂੰ ਕੋਈ ਉਹ ਨਹੀਂ ਚਾਹੀਦੀ, ਮਤਲਬ ਕਿ ਅਪਰੂਵਲ ਨਹੀਂ ਚਾਹੀਦੀ, ਕੰਸੈਂਟ ਨਹੀਂ ਚਾਹੀਦੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ। ਅਕੋਰਡਿੰਗ ਟੂ ਦੀ ਪ੍ਰੋਵੀਜ਼ਨ ਆਫ ਦਾ ਆਰਟੀਕਲ 243 ਵਿਚ ਆਫ ਦਾ ਫੋਲੋਇੰਗ ਕੈਟਾਗਰੀਜ਼ ਆਫ ਦੀ ਪਰਸਨਸ ਡੋਂਟ ਹੈਵ ਮੈਂਡੇਟਰੀ ਰਿਜ਼ਰਵੇਸ਼ਨ ਆਫ ਸੀਟਸ ਇਨ ਪੰਚਾਇਤ। ਕਹਿੰਦੇ ਆਰਟੀਕਲ 243 ਦੇ ਤਹਿਤ ਮਤਲਬ ਕਿ ਕਿਹੜੀ ਕੈਟਾਗਰੀ ਹੈ, ਜਿਹੜੀਆਂ ਚਾਰਾਂ ਦੇ ਵਿੱਚੋਂ ਕਿਹੜੀ ਕੈਟਾਗਰੀ ਆ ਜਿਹੜੀ ਨੂੰ ਰਿਜ਼ਰਵੇਸ਼ਨ ਕੋਈ ਮੈਂਡੇਟਰੀ ਨਹੀਂ ਹੈਗੀ ਵੀ ਇਹ 'ਚ ਰਿਜ਼ਰਵੇਸ਼ਨ ਹੋਣੀ ਚਾਹੀਦੀ ਆ ਪੰਚਾਇਤ ਦੇ ਇਲੈਕਸ਼ਨਾਂ ਵਿੱਚ, ਵੀ ਇਹਨੂੰ ਰਿਜ਼ਰਵਡ ਸੀਟ ਮਿਲਣੀ ਚਾਹੀਦੀ ਆ 243 ਦੇ ਤਹਿਤ। ਉਹਦੇ ਵਾਸਤੇ ਕੋਈ ਰਿਜ਼ਰਵੇਸ਼ਨ ਜ਼ਰੂਰੀ ਨਹੀਂ ਹੈਗੀ। ਉਹ ਕਿਹੜੀਆਂ ਬੈਕਵਰਡ ਕਲਾਸਿਸ, ਠੀਕ ਹੈ ਨਾ। ਉਹ ਬੈਕਵਰਡ ਕਲਾਸਿਸ ਦੇ ਵਿੱਚ ਕੋਈ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੂੰ ਰਿਜ਼ਰਵੇਸ਼ਨ ਪੰਚਾਇਤ ਦੇ ਇਲੈਕਸ਼ਨਾਂ ਦੇ ਵਿੱਚ ਮਿਲੇਗੀ, ਠੀਕ ਹੈ ਨਾ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 17ਵਾਂ। ਵਿਚ ਵਨ ਆਫ ਦਾ ਫੋਲੋਇੰਗ ਆਰਟੀਕਲ ਆਫ ਦ ਕੌਨਸਟੀਟਿਊਸ਼ਨ ਆਥੋਰਾਈਜ਼ਜ਼ ਦਾ ਪ੍ਰੈਜ਼ੀਡੈਂਟ ਆਫ ਇੰਡੀਆ ਟੂ ਸਸਪੈਂਡ ਦੀ ਫੰਡਾਮੈਂਟਲ ਰਾਈਟ। ਕਹਿੰਦੇ ਇਹਨਾਂ 4 ਆਰਟੀਕਲ ਦੇ ਵਿੱਚੋਂ ਕਿਹੜਾ ਆਰਟੀਕਲ ਆ, ਮਤਲਬ ਕਿ ਚਾਰਾਂ 'ਚੋਂ ਕਿਹੜਾ ਆਰਟੀਕਲ ਆ ਜਿਹਦੇ ਤਹਿਤ ਰਾਸ਼ਟਰਪਤੀ ਸਾਹਿਬ ਆਪਣੇ ਸਸਪੈਂਡ ਕਰ ਸਕਦੇ ਆ ਫੰਡਾਮੈਂਟਲ ਰਾਈਟਸ ਨੂੰ। ਆਪਣੇ ਮੌਲਿਕ ਅਧਿਕਾਰ ਹੁੰਦੇ ਜਿਹੜੇ ਫੰਡਾਮੈਂਟਲ ਰਾਈਟਸ, ਮਤਲਬ ਕਿ ਉਹਨਾਂ ਨੂੰ ਸਸਪੈਂਡ ਕਰ ਸਕਦੇ ਆ ਕਿਹੜੇ ਆਰਟੀਕਲ ਤਹਿਤ। ਤਾਂ ਦੋਸਤੋ ਉਹ ਹੈਗਾ ਆਪਸ਼ਨ ਏ, ਜਾਣੀ ਕਿ ਆਰਟੀਕਲ 359, ਠੀਕ ਹੈ ਨਾ। ਆਰਟੀਕਲ 359 ਦੇ ਟਾਈਮ ਜਦੋਂ ਐਮਰਜੈਂਸੀ ਲੱਗ ਜਾਂਦੀ ਹੈ, ਠੀਕ ਹੈ ਨਾ, ਤਾਂ ਉਦੋਂ ਫੰਡਾਮੈਂਟਲ ਰਾਈਟਸ ਰਾਸ਼ਟਰਪਤੀ ਸਾਹਿਬ ਉਹਨਾਂ ਨੂੰ ਸਸਪੈਂਡ ਕਰ ਸਕਦੇ ਆ, ਰੋਕ ਸਕਦੇ ਆ, ਆਪਾਂ ਤੋਂ ਖੋਹ ਸਕਦੇ ਆ ਅਧਿਕਾਰ, ਆਪਣਾ ਮੌਲਿਕ ਅਧਿਕਾਰ, ਠੀਕ ਹੈ ਨਾ। ਸਸਪੈਂਡ ਦਾ ਮਤਲਬ ਇਹ ਹੁੰਦਾ, ਠੀਕ ਹੈ ਨਾ, ਥੋੜ੍ਹੇ ਸਮੇਂ ਲਈ। ਅੱਗੇ ਗੱਲ ਕਰਦੇ ਹਾਂ ਪ੍ਰਸ਼ਨ 18ਵਾਂ। ਮੈਜੋਰਟੀ ਆਫ ਦਾ ਮੈਂਬਰਸ ਆਫ ਦਾ ਰਾਜ ਸਭਾ ਆਰ। ਕਹਿੰਦੇ ਮੈਜੋਰਟੀ ਆਫ ਦਾ ਮੈਂਬਰ ਆ ਜਿਹੜੇ ਰਾਜ ਸਭਾ ਦੇ ਉਹ ਕਿੱਥੋਂ ਲਏ ਗਏ ਹੁੰਦੇ ਆ, ਕਿੱਥੋਂ ਇਲੈਕਟ ਕੀਤੇ ਜਾਂਦੇ ਆ। ਇਲੈਕਟਡ ਬਾਏ ਦਾ ਸਟੇਟ ਲੈਜਿਸਲੇਚਰ, ਮਤਲਬ ਕਿ ਆਪਣੇ ਰਾਜਾਂ ਦੇ ਲੈਜਿਸਲੇਚਰਾਂ 'ਚੋਂ ਰਾਜਾਂ ਦੇ ਮਤਲਬ ਕਿ ਆਪਣੇ ਜੋ ਰਾਜ ਸਟੇਟਸ ਆ ਉਹਨਾਂ ਦੇ ਲੈਜਿਸਲੇਚਰ, ਉਹਨਾਂ ਦੀਆਂ ਵਿਧਾਨ ਸਭਾ 'ਚੋਂ ਜਿਵੇਂ ਲਗਾ ਲਓ, ਮਤਲਬ ਉਹਨਾਂ 'ਚੋਂ ਸਿਲੈਕਟ ਕੀਤੇ ਜਾਂਦੇ ਆ ਰਾਜ ਸਭਾ ਦੇ ਮੈਂਬਰ ਜ਼ਿਆਦਾਤਰ, ਠੀਕ ਹੈ ਨਾ। ਜੋ ਵੀ ਰਾਜ ਸਭਾ ਹੁੰਦੀਆਂ, ਠੀਕ ਹੈ ਨਾ, ਆਪਣੇ ਸਟੇਟਾਂ ਦੀਆਂ। ਅੱਗੇ ਗੱਲ ਕਰਦੇ ਹਾਂ ਦੀ ਫਰੇਸ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾ ਇਸ ਬੋਰੋਡ ਫਰੋਮ ਦਾ ਕੌਨਸਟੀਟਿਊਸ਼ਨ ਆਫ। ਕਹਿੰਦੇ ਆਪਣੇ ਸੰਵਿਧਾਨ ਦੇ ਵਿੱਚ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾ ਹੈ, ਉਹ ਕਿਹੜੇ ਦੇਸ਼ ਦੇ ਕੌਨਸਟੀਟਿਊਸ਼ਨ, ਕਿਹੜੇ ਦੇਸ਼ ਦੇ ਸੰਵਿਧਾਨ ਦੇ ਵਿੱਚੋਂ ਲਿਆ ਗਿਆ ਆਪਣੇ ਸੰਵਿਧਾਨ ਦੇ ਵਿੱਚ ਪ੍ਰੋਸੀਜਰ ਐਸਟੈਬਲਿਸ਼ਡ ਬਾਏ ਲਾ। ਤਾਂ ਦੋਸਤੋ ਜਾਪਾਨ ਦੇ ਸੰਵਿਧਾਨ ਦੇ ਵਿੱਚੋਂ ਲਿਆ ਗਿਆ ਹੈ, ਠੀਕ ਹੈ ਨਾ, ਯਾਦ ਰੱਖਣਾ, ਬਹੁਤ ਇੰਪੋਰਟੈਂਟ ਹੈ। ਆਖਰੀ ਪ੍ਰਸ਼ਨ ਜੋ ਅੱਜ ਦਾ, ਦੀ ਪਾਰਲੀਮੈਂਟ ਆਫ ਇੰਡੀਆ ਕੰਸਿਸਟ ਆਫ। ਕਹਿੰਦੇ ਆਪਣੇ ਪਾਰਲੀਮੈਂਟ ਦੇ ਵਿੱਚ ਕਿਆ ਹੈਗਾ। ਤਾਂ ਦੋਸਤੋ ਆਪਸ਼ਨ ਏ ਇਹਦਾ ਸਹੀ ਆਨਸਰ ਆ, ਸੌਰੀ ਆਪਸ਼ਨ ਏ ਨਹੀਂ ਹੈਗਾ, ਆਪਸ਼ਨ ਡੀ ਇਹਦਾ ਸਹੀ ਆਨਸਰ ਆ। ਆਪਣੇ ਪਾਰਲੀਮੈਂਟ ਦੇ ਵਿੱਚ ਦਾ ਲੋਕ ਸਭਾ, ਦਾ ਰਾਜ ਸਭਾ ਐਂਡ ਦਾ ਪ੍ਰੈਜ਼ੀਡੈਂਟ। ਲੋਕ ਸਭਾ ਜਿਹਨੂੰ ਹਾਊਸ ਆਫ ਪੀਪਲ ਕਹਿ ਦਿੰਦੇ ਆਪਾਂ, ਰਾਜ ਸਭਾ ਹੈ, ਅਤੇ ਪ੍ਰੈਜ਼ੀਡੈਂਟ ਰਾਸ਼ਟਰਪਤੀ ਸਾਹਿਬ। ਇਹ ਤਿੰਨਾਂ ਹੀ ਚੀਜ਼ਾਂ ਦਾ ਸੁਮੇਲ ਕਰਕੇ, ਇਕੱਠ ਕਰਕੇ, ਮਤਲਬ ਕਿ ਇੱਕ ਪਾਰਲੀਮੈਂਟ ਆਪਣਾ ਪੂਰਾ ਬਣਦਾ, ਠੀਕ ਹੈ ਨਾ। ਦੋਸਤੋ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ, ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮੈਂ ਅੱਗੇ ਵੀ ਤੁਹਾਡੇ ਨਾਲ ਇੱਦਾਂ ਹੀ ਵੀਡੀਓ ਲੈ ਕੇ ਆਉਂਦਾ ਰਹਾਂਗਾ। ਧੰਨਵਾਦ ਦੋਸਤੋ।